साध संगत ਹੁਣ तक ਤੁਸੀਂ ਗੁਰਬਾਣੀ ਦੇ ਕੀਰਤਨ ਦਾ ਔਰ ਵਿਚਾਰਾਂ ਦਾ ਲਾਭ ਉਠਾਇਆ ਹੈ। ਥੋੜ੍ਹਾ ਜਿਹਾ ਸਮਾਂ ਔਰ ਆਪਣੇ ਪਾਸ ਹੈ ਉਸਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਸਾਰੇ ਪ੍ਰੇਮੀ ਸ਼ਬਦ ਵਿੱਚ ਬੋਲਿਆ ਕਰੋ। पहले दास बोलिया करेगा, फिर सब भाई बोलो। तीसरे पासे सब बीबियाँ गज बज के बोलिया करो ताकि रचना सफली और पवित्र होवे। राखो राखन हार दयाला नानक करके बोले। निमक निमक तुम ही प्रतिपालो।
ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਕੋਸ਼ਿਸ਼ ਕਰੋ। ਪੂਰਾ ਧਿਆਨ ਸ਼ਬਦ ਔਰ ਵਿਚਾਰ ਵੱਲ ਦਿਓ। ਮਨ ਦੀ ਸ਼ਾਂਤੀ, ਮਨ ਦੀ ਠੰਡ, ਪੀਸ ਆਫ ਮਾਈਂਡ ਭਜਨ ਵਿੱਚ ਹੈ, ਯਾਨੀ ਰੂਹਾਨੀਅਤ ਵਿੱਚ ਹੈ। ਇਸ ਤੋਂ ਉਲਟ ਮਾਦਾ ਪ੍ਰਸਤੀ ਮਨ ਨੂੰ ਅਸ਼ਾਂਤ ਕਰਨ ਵਾਲੀ ਚੀਜ਼ ਹੈ। ਉਸ ਦੇ ਵਿੱਚ ਤ੍ਰਿਪਤੀ ਨਹੀਂ। ਤ੍ਰਿਪਤੀ ਨਾ ਹੋਣ ਕਰਕੇ ਉਹ ਲੋਕ ਜਿਨ੍ਹਾਂ ਵਿੱਚ ਇਸ ਮਾਦਾ ਪ੍ਰਸਤੀ ਦਾ ਜ਼ਿਆਦਾ ਜ਼ੋਰ ਹੈ, ਉਹ ਕਹਿੰਦੇ ਹਨ ਸਾਡੇ ਮੁਲਕ ਵਿੱਚ ਸਭ ਤੋਂ ਜ਼ਿਆਦਾ ਖੁਦਕਸ਼ੀਆਂ ਹੁੰਦੀਆਂ, ਸਭ ਤੋਂ ਜ਼ਿਆਦਾ ਦਿਲ ਫੇਲ ਹੋ ਕੇ ਮੌਤਾਂ ਹੁੰਦੀਆਂ। ਉਹਨਾਂ ਪੁੱਛੋ ਕਾਰਨ ਇਹੀ ਹੈ, ਮਨ ਦੀ ਬੇਚੈਨੀ, ਮਨ ਦੀ ਘਬਰਾਹਟ, ਮਨ ਦਾ ਖੋਹ। ਉਹ ਕਿਉਂ ਹੈ? ਉਹਦਾ ਕਾਰਨ ਹੈ ਮਾਦਾ ਪ੍ਰਸਤੀ, ਮੈਟੀਰੀਅਲਿਜ਼ਮ। ਸਵਯੰ ਕਰਕੇ ਇਹਦੇ ਵਿੱਚ ਸੁੱਖ ਨਹੀਂ, ਸੁੱਖ ਹੈ ਵਾਹਿਗੁਰੂ ਦੀ ਬੰਦਗੀ ਵਿੱਚ। ਸੰਤੁਸ਼ਟਤਾ ਜਿੱਥੇ ਆਵੇ, ਮਨ ਇਕਾਗਰ ਹੋਵੇ, ਸ਼ੁੱਧ ਹੋਵੇ, ਉੱਥੇ ਸ਼ਾਂਤੀ ਹੋਇਆ ਕਰਦੀ ਹੈ। ਖਿੰਡਿਆ ਮੈਲਾ ਮਨ ਅਸ਼ਾਂਤ ਹੋਇਆ ਕਰਦਾ, ਦੁਖੀ ਹੋਇਆ ਕਰਦਾ ਹੈ, ਅਤ੍ਰਿਪਤ ਵੀ ਹੋਇਆ ਕਰਦਾ ਹੈ। ਦੁਨੀਆ ਦੇ ਪਦਾਰਥਾਂ ਦੇ ਵਿੱਚ ਤ੍ਰਿਪਤੀ ਨਹੀਂ ਹੈ ਔਰ ਨਾ ਹੀ ਇਹਨਾਂ ਵਿੱਚ ਸੁੱਖ ਹੈ, ਰਾਗ ਦੈਸ਼ ਹੋਣ ਦੇ ਕਾਰਨ। ਇਸ ਵਾਸਤੇ ਸਾਨੂੰ ਗੁਰੂ ਜੀ ਬਾਰ-ਬਾਰ ਇਸ ਵੱਲ ਪ੍ਰੇਰਦੇ ਹਨ। ਸਾਡੀ ਜ਼ਿੰਦਗੀ ਨੂੰ ਸੁਖੀ ਸ਼ਾਂਤਮਈ ਕਰਨ ਵਾਸਤੇ ਕਈ ਤਰੀਕੇ ਸੇ ਸਿੱਖਿਆ ਦਿੰਦੇ। ਜਿਵੇਂ ਲਾਇਕ ਪਿਤਾ ਆਪਣੇ ਬੱਚੇ ਦੀ ਜ਼ਿੰਦਗੀ ਸਵਾਰਨ ਵਾਸਤੇ, ਉਸਦੀ ਜ਼ਿੰਦਗੀ ਨੂੰ, ਉਸਨੂੰ ਤਰੱਕੀ ਵਿੱਚ ਜਾਣ ਵਾਸਤੇ ਅਨੇਕ ਕਿਸਮ ਦੇ ਉਪਦੇਸ਼ ਦਿੰਦਾ ਹੈ। ਇਸੀ ਤਰ੍ਹਾਂ ਗੁਰੂ ਸਭ ਤੋਂ ਜ਼ਿਆਦਾ ਸ਼ੁਭ ਚਿੰਤਕ ਹੈ, ਦਾ ਸਭ ਤੋਂ ਜ਼ਿਆਦਾ ਬਿਹਤਰੀ ਚਾਹੁਣ ਵਾਲਾ ਗੁਰੂ। ਉਹ ਚਾਹੁੰਦਾ ਹੈ ਜਿਸ ਦੇਸ਼ ਦਾ ਵਾਸੀ ਸਿੱਖ ਹੈ, ਗੁਰੂ ਹੈ, ਮੈਂ ਸਿੱਖ ਨੂੰ ਵੀ ਉਸੇ ਦੇਸ਼ ਦਾ ਵਾਸੀ ਬਣਾ ਲਵਾਂ। ਉਹਦਾ ਦੇਸ਼ ਕਿਹਾ ਜਾਏ ਜਿੱਥੇ ਦੁੱਖ ਨਹੀਂ, ਕਲੇਸ਼ ਨਹੀਂ, ਤਾਪ ਨਹੀਂ, ਦੋਖ ਨਹੀਂ, ਕੇਵਲ ਆਨੰਦ ਦਾ ਸਾਗਰ ਹੈ। ਇਸ ਕਰਕੇ ਉਸ ਦੇਸ਼ ਦਾ ਵਾਸੀ ਬਣਾਉਣ ਵਾਸਤੇ ਹੀ ਬਾਰ-ਬਾਰ ਗੁਰੂ ਸਿੱਖਿਆ ਦਿੰਦਾ ਹੈ। ਕਿਵੇਂ? ਇੱਕ ਕਾਰਖਾਨਾ ਕਿਸੇ ਕਾਰੀਗਰ ਨੂੰ ਮਿਲਿਆ, ਉਸਨੂੰ ਕੰਮਕਾਰ ਕਰਨ ਦੇ ਟੂਲਸ ਵੀ ਮਿਲੇ ਹੋਏ ਹਨ। ਉਹਨਾਂ ਦੁਆਰਾ ਕੰਮਕਾਰ ਕਰਕੇ ਫਾਇਦਾ ਉਠਾਉਣਾ ਉਸਦਾ ਆਪਣਾ ਫਰਜ਼ ਹੈ, ਆਪਣਾ ਪੁਰਸ਼ਾਰਥ ਹੈ, ਆਪਣੀ ਹਿੰਮਤ ਹੈ। ਅਗਰ ਐਸਾ ਕੁਛ ਹੋਣ ਦੇ ਬਾਵਜੂਦ ਵੀ ਉਹ ਹਿੰਮਤ ਨਹੀਂ ਕਰਦਾ, ਫਿਰ ਉਸਦੇ ਵਾਸਤੇ ਨਤੀਜਾ ਬੁਰਾ ਹੀ ਹੁੰਦਾ ਹੈ। ਸਾਰੇ ਹੀ ਜਾਣਦੇ ਹਨ। ਇਸੀ ਤਰ੍ਹਾਂ ਹੀ ਇਹ ਜੀਵਾਤਮਾ ਜੋ ਸਭ ਦਾ ਆਪਣਾ ਆਪਾ ਹੈ। ਅਸੀਂ ਸਾਰੇ ਹੀ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮਾ ਪੁੱਤਰ ਹਾਂ। ਇਸ ਨੂੰ ਸੋਲ ਕਹੋ, ਆਤਮਾ ਕਹੋ, ਰੂਹ ਕਹੋ। ਸੋ ਅਸੀਂ ਪਰਮੇਸ਼ਰ ਪਰਮਾਤਮਾ ਦੇ ਪੁੱਤਰ ਹਾਂ। ਸੋ ਅਸਥੂਲ ਸਰੀਰ ਜਿਹੜਾ ਉੱਪਰਲਾ ਹੈ, ਮਰਨ ਤੋਂ ਬਾਅਦ ਜਿਸ ਨੂੰ
ਦੱਬਦੇ ਫੂਕਦੇ ਹਨ ਜਾਂ ਕਾਂ ਕੁੱਤੇ ਖਾ ਜਾਂਦੇ। ਇਹ ਇਸ ਨੂੰ ਕਾਰਖਾਨਾ ਮਿਲਿਆ ਹੋਇਆ ਹੈ। ਇਸ ਦੇ ਪੈਰ, ਹੱਥ, ਅੱਖਾਂ, ਕੰਨ, ਜ਼ਬਾਨ, ਮਨ, ਚਿੱਤ, ਬੁੱਧ, ਹੰਕਾਰ ਇਹ ਟੂਲਜ਼ ਹਨ ਸੇਵਾ ਭਗਤੀ ਕਰਨ ਦੇ, ਚੰਗਾ ਜਾਂ ਮਾੜਾ ਕਰਤੱਵ ਕਰਨ ਦੇ। ਅਗਰ ਇਸ ਅਸਥੂਲ ਸਰੀਰ ਰੂਪੀ ਕਾਰਖਾਨੇ ਵਿੱਚ ਆ ਕੇ ਜੀਵਾਤਮਾ ਰੂਪੀ ਕਾਰੀਗਰ ਇਹਨਾਂ ਤੋਂ ਠੀਕ ਕੰਮ ਨਹੀਂ ਲੈਂਦਾ ਤਾਂ ਘਾਟੇ ਦਾ ਸੌਦਾ ਅਤੇ ਦੁਖੀ ਹੀ ਹੋਣਾ ਹੈ। ਹਾਂ, ਜੇਕਰ ਗੁਰੂ ਦੇ ਦੱਸੇ ਅਨੁਸਾਰ ਇਹਨਾਂ ਨੂੰ ਠੀਕ ਵਰਤੋਂ ਵਿੱਚ ਲਿਆਉਂਦਾ ਹੈ ਤਾਂ ਦੋਨਾਂ ਜਹਾਨਾਂ ਵਿੱਚ ਸੁੱਖ ਦਾ ਭਾਗੀ ਬਣਦਾ ਹੈ। ਸੋ ਇਸ ਵਾਸਤੇ ਥਾਂ ਥਾਂ ਐਸੀ ਸਿੱਖਿਆ ਦਿੰਦੇ ਹਨ। ਇਉਂ ਹਜ਼ੂਰ ਦਾ ਫਰਮਾਨ ਹੈ, ਜੇ ਤੂੰ ਨਾਮ ਨਾ ਜਪੇ ਜੇ ਬਾਗ ਮੇਰੀਏ
देखे साध से नैन बिहालिया। कर्ण न सुनही नाद कर्ण मधुका लिया। रसना न जपे हर नाम तिल तिल कर कटिया। हर हाँ विसरै गोबिंद राय दिनों दिन कटिए। वाहिगुरु अंतरयामी ने इस जीव नूं 184 जोन विचों बादशाह दे ही सरदार दे ही मानक दे बख्शी है। इस धरती पर तेरी सिकदारी अवर जोन तेरी पनिहारी। 184 जोन सवाई मानस को पर दी वडियाई। 184 जोन विच उत्तम जन्म समानस दे। एक घट 84 लख जिया जोन दा सरदार दे ही मानस दे ही। इस दे विच आके जे होर जूनियां वांगू ही जो कुछ वो करते हैं उन्हां कामां विच ये लग्या रहे, फिर इसकी सरदारी है बादशाही कादी। फिर तो उन्हां तो भी बदतर है, बुरा है। हाँ, यदी बादशाही है सरदारी इस गल विच उन्हां नालों वध है। विशेषता इहदे विच कि पैरां नाल चल के सत्संग विच जावे, हथीं टहल सेवा दान आदि करे, मस्तक नाल नमस्कार करे, नेत्रां नाल गुरु के दर्शन करे, कन्नां नाल वाहिगुरू दा जस सुने, जबान नाल वाहिगुरू दा जस करे, मन करके शुभ संकल्प करे, भजन पाठ सत्संग आदि जानदा, चित्त करके बाणी का नाम का ईश्वर का आत्मा का चिंतन करे, बुद्ध करके ब्रह्म विचार करे, हंकार द्वारा देहंता छड़ के ब्रह्महंता धारण करता हुआ अपने आत्मा में स्थित हो जाए। इन्ह सब दंत उच्चा होकर आनंद सागर में लीन हो जाए। इस वास्ते ये कुछ मिलया है। अगर ये नहीं करता ये सारे ही फजूल हैं। इस तो उल्ट चलता है। जे भाई साहब भाई गुरदास गुरु करते वेद व्यास मन्ने हैं, उन्हों की रचना गुरबाणी की कुंजी मनी जाती है। थोड़े अखरां विच यानी एक पौड़ी विच आप सिर तो ला के पैरों तक सारे अंगां नूं जो इन्हां दा परमार्थक फर्ज है, उस तो बिना धिकार योग धिकार 100 बार फिटे मूँ कहते हैं। ऐसा कहते हैं तिरग सिर जो गुरु नानवे गुरु लगे ना चादियों सिर नूं धिकार योग दसदे पहले सिर तो चलते। जिहड़ा लगे न चरनी ओ तिरग तेरा सिर बंदिया। लगे न चरनी तेरा सिर बंदिया। लगे न चरनी ओ तेरा सिर बंदिया। लगे न चरनी ओ तेरा सिर बंदिया।
ਰਿਗ ਸਿਰ ਜੋ ਗੁਰੂ ਨਾਨਵੇਂ ਗੁਰੂ ਲੱਗੇ ਨਾ ਚਰਨੀ। ਭਾਈ ਗੁਰਦਾਸ ਕਹਿੰਦੇ ਉਸ ਸਿਰ ਨੂੰ ਧਿਕਾਰ ਹੈ ਜਾਂ 100 ਵਾਰ ਫਿਟੇ ਮੂੰਹ ਹੈ। ਜੋ ਗੁਰੂ ਚਰਨੀ ਨਹੀਂ ਲੱਗਦੇ ਆਨੇ ਗੁਰੂ ਚਰਨੀ ਨਮਸਕਾਰ ਨਹੀਂ ਕਰਦਾ, ਨਮਸਕਾਰ ਭਗਤੀ ਤੋਂ ਸ਼ੂਨ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਉੱਠ ਫਰੀਦਾ ਸੁੱਤਿਆ ਸੁਬਹ ਨਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇਂ ਸੋ ਸਿਰ ਕਪ ਹੋਤਾ। ਉੱਠ ਕੇ ਸਵੇਰ ਦੀ ਨਮਾਜ਼, ਪਰਮੇਸ਼ਰ ਦੀ ਬੰਦਗੀ, ਰੱਬ ਦੀ ਬੰਦਗੀ ਕਰ। ਜਿਹੜਾ ਸਿਰ ਸਾਈਂ ਨੂੰ ਨਹੀਂ ਨਿਮਦਾ ਉਹਨੂੰ ਸਰੀਰ ਦੇ ਨਾਲੋਂ ਅਲੱਗਾ ਕਰ ਦੇ। ਫਿਰ ਕਹਿੰਦੇ ਜੋ ਸਿਰ ਸਾਈਂ ਨਾ ਨਿਵੇਂ ਸੋ ਸਿਰ ਕੀਚੈ ਕਾਏ, ਕੁੰਨੇ ਹੇਠ ਜਲਾਈਏ ਬਾਲਨ ਸੰਦੇ ਥਾਏ। ਜਿਹੜਾ ਸਿਰ ਸਾਈਂ ਨੂੰ ਨਹੀਂ ਨਿਮਦਾ, ਨਮਸਕਾਰ ਭਗਤੀ ਨਹੀਂ ਕਰਦਾ, ਉਹਨੂੰ ਕੀ ਕਰੀਏ? ਉਹਨੂੰ ਕਹਿੰਦੇ ਹਨ ਚੁੱਲ੍ਹੇ ਵਿੱਚ ਬਾਲਣ ਦੇ ਥਾਂ ਫੂਕ ਦਿਓ। ਇਉਂ ਕਹਿੰਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ ਤ੍ਰਿਗ ਸਿਰ ਜੋ ਗੁਰੂ ਨਾਨਵੇਂ ਗੁਰ ਲੱਗੇ ਨਾ ਚਰਨੀ। ਜਿਹੜਾ ਸਿਰ ਗੁਰੂ ਚਰਨੀ ਨਹੀਂ ਲੱਗਦਾ, ਨਮਸਕਾਰ ਨਹੀਂ ਕਰਦਾ, ਉਹ ਧਿਕਾਰਯੋਗ ਹੈ। ਸਿਰ ਤੋਂ ਨੀਚੇ ਅੱਖਾਂ ਹਨ। ਅੱਖਾਂ ਨੂੰ ਵੀ ਐਸਾ ਹੀ ਕਹਿੰਦੇ ਹਨ ਤ੍ਰਿਗ ਲੋਇਣ ਗੁਰ ਦਰਸ਼ ਬਿਨਾ, ਪੇਖੇ ਪਰ ਤਰਣੀ। ਉਹਨਾਂ ਅੱਖਾਂ ਨੂੰ ਧਿਕਾਰ ਹੈ ਜੋ ਪਿਆਰ ਨਾਲ ਸ਼ਰਧਾ ਨਾਲ ਗੁਰੂ ਦਰਸ਼ਨ ਨਹੀਂ ਕਰਦੀਆਂ, ਬਲਕਿ ਛੋਟੀ ਨਿਗਾਹੀਂ ਵੇਖਦੀਆਂ। ਇਉਂ ਅੱਖਾਂ ਨੂੰ ਕਿਹਾ। ਅੱਖਾਂ ਤੋਂ ਨੀਚੇ ਹਨ ਕੰਨ। ਕੰਨਾਂ ਨੂੰ ਵੀ ਇਸੀ ਤਰ੍ਹਾਂ ਕਹਿੰਦੇ ਹਨ। ਕੰਨਾਂ ਦਾ ਪਰਮਾਰਥਕ ਫਰਜ਼ ਵਾਹਿਗੁਰੂ ਦੇ ਜਸ ਸੁਣਨਾ ਹੈ। ਇਸ ਕਰਕੇ ਹੀ ਸਾਹਿਬ ਗੁਰੂ ਅਮਰਦਾਸ ਐਸਾ ਫਰਮਾਉਂਦੇ ਹਨ। ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋਵੋ, ਪਵਿੱਤਰ ਹੋਵੋ। ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋਵੋ, ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋਵੋ, ਪਵਿੱਤਰ ਹੋਵੋ। ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋਵੋ, ਪਵਿੱਤਰ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ ਜਿਸ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ। ਹਰ ਅਲਖ ਵਡਾਣੀ ਤਾਕ ਨਿਗਤ ਲਖੀ ਨ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੇ ਸੁਣਨੇ ਨੂੰ ਪਠਾਏ। ਸਰੀਰ ਦੇ ਨਾਲ ਕੰਨ ਹਰੀ ਜਸ ਸੁਣਨ ਵਾਸਤੇ ਲਗਾਏ ਹਨ। ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋਵੋ, ਪਵਿੱਤਰ ਹੋਵੋ। ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋਵੋ, ਪਵਿੱਤਰ ਹੋਵੋ। ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋਵੋ, ਪਵਿੱਤਰ ਹੋਵੋ। ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋਵੋ।
ਕੰਨਾਂ ਨੂੰ ਇਹ ਸਿੱਖਿਆ ਦਿੰਦੇ ਹਨ, ਤੁਹਾਡਾ ਫਰਜ਼ ਹਰੀ ਜਸ ਸੁਣਦਾ ਹੈ। ਅਗਰ ਐਸਾ ਨਹੀਂ ਕਰਨਾ, ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿਚ ਹੀ ਸੁਣਨਾ ਹੈ, ਤਾਂ ਫਿਰ ਉਹਨਾਂ ਕੰਨਾਂ ਨੂੰ ਦੱਸਿਆ ਦ੍ਰਿੜ ਸਰਵਣ ਉਪਦੇਸ਼ ਬਿਨਾ ਸੁਣ ਸੁਰਤ ਨਾ ਕਰਨੀ। ਉਹਨਾਂ ਕੰਨਾਂ ਨੂੰ ਧਿਕਾਰਯੋਗ ਦੱਸਿਆ ਹੈ, ਪਰ ਮਨ ਦਾ ਇਹ ਸੁਭਾਵ ਹੈ, ਚੰਗਿਆਂ ਹੀ ਆਲਪ ਕਰੇ, ਬੁਰਿਆਂ ਹੀ ਉਹ ਸ਼ੇਰ। ਨਾਨਕ ਅੱਜ ਕੱਲ੍ਹ ਆਲਸੀ ਕਾਬਲ ਸਾਹਿਬ ਤੇ ਚੰਗੇ ਕੰਮਾਂ ਵਾਸਤੇ ਤਾਂ ਆਲਸੀ ਦਲਿਦਰੀ ਹੋ ਜਾਂਦਾ, ਔਰ ਸ੍ਰੇਸ਼ਟ ਅੱਛੇ ਕਰਮਾਂ ਵਾਸਤੇ ਤਾਂ ਦਲਿਦਰੀ ਅਤੇ ਆਲਸੀ ਹੋ ਜਾਂਦਾ। ਬੁਰੇ ਕੰਮਾਂ ਵਾਸਤੇ ਉਦਮੀ ਪੁਰਸ਼ਾਰਥੀ ਜਾਂ ਸ਼ੇਰ ਬਣ ਜਾਂਦਾ। ਇਹਦੀ ਇਹ ਗਤੀ, ਇਹਦਾ ਇਹ ਸੁਭਾਵ ਹੈ। ਜਿੰਨੀ ਦੇਰ ਤੱਕ ਇਹ ਮਹਿਲਾ ਹੈ, ਉਤਨੀ ਦੇਰ ਤੱਕ ਇਹ ਸੁਭਾਵ ਇਹਦਾ ਰਹਿੰਦਾ ਹੈ। ਪਰ ਜਦੋਂ ਸ਼ੁੱਧ ਹੋ ਜਾਂਦਾ ਹੈ, ਇਹੀ ਮਨ ਉਲਟ ਜਾਂਦਾ ਹੈ। ਚੰਗੇ ਕੰਮਾਂ ਵਾਸਤੇ ਉਦਮੀ ਹੋ ਜਾਂਦੇ, ਬੁਰਿਆਂ ਵਾਸਤੇ ਆਲਸੀ ਬਣ ਜਾਂਦਾ। ਇਹ ਦੱਸਦੇ ਹਨ, ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਦਰ ਕਰੇ। ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਦਰ ਕਰੇ। ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਦਰ ਕਰੇ। ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਦਰ ਕਰੇ। ਮਨ ਦਾ ਸੁਭਾਵ ਹੈ, ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿਚ ਸੁਣਨ ਵਾਸਤੇ ਤਾਂ ਇਹ ਸ਼ੇਰ ਬਣ ਜਾਂਦਾ। ਹਰੀ ਜਸ ਸੁਣਨ ਵਾਸਤੇ ਇਹ ਆਲਸੀ ਬਣ ਜਾਂਦਾ ਹੈ। ਇਸ ਵਾਸਤੇ ਕਰਮਾਂ ਦਾ ਫਲ ਦਾ ਵਾਸ਼ੀ ਮਿਲਣਾ ਹੈ। ਚੰਗੇ ਕਰਮਾਂ ਦਾ ਫਲ ਚੰਗਾ ਸੁਖ ਮਿਲਣਾ ਹੈ, ਬੁਰਿਆਂ ਦਾ ਫਲ ਦੁੱਖ ਮਿਲਣਾ ਹੈ। ਈਸ਼ਵਰੀ ਕਾਨੂੰਨ ਹੈ। ਇਸੀ ਕਾਨੂੰਨ ਨੂੰ ਕੋਈ ਭੰਗ ਨਹੀਂ ਕਰ ਸਕਦਾ। ਸੋ ਕਾਨੂੰਨ ਇਹੀ ਹੈ, ਸ਼ੁਭ ਕਰਮਾਂ ਦਾ ਫਲ ਸੁਖ, ਅਸ਼ੁਭ ਦਾ ਦੁੱਖ ਹੈ। ਅਤੇ ਇਹ ਚਾਹੁੰਦਾ ਹੈ ਸੁਖ, ਪਰ ਕਰਤੱਵ ਉਹ ਕਰਦਾ ਜਿਹਦਾ ਫਲ ਦੁੱਖ ਮਿਲੇ। ਇਸ ਵਾਸਤੇ ਐਸਾ ਹੋ ਨਹੀਂ ਸਕਦਾ। ਤਦੇ ਕਹਿੰਦੇ ਹਨ, ਕਦੀਦਾ
लोड़े दाख बिजौरियाँ, किकर बीजे जट हंडे उन कताएं दा, पैदा लोड़े पट। ਜ਼ਿਮੀਂਦਾਰ ਆਪਣੀ ਜ਼ਮੀਨ ਵਿੱਚ ਕਿੱਕਰਾਂ ਦੇ ਬੀਜ ਬੀਜਦਾ ਹੈ, ਪਰ ਖਾਣਾ ਚਾਹੁੰਦਾ ਹੈ ਅੰਗੂਰ। ਇਸੀ ਤਰ੍ਹਾਂ ਕੱਤਣੀ ਦਿੱਤੀ ਹੋਈ ਹੈ ਉੱਨ, ਉਸ ਤੋਂ ਪਹਿਨਣਾ ਚਾਹੁੰਦਾ ਹੈ ਰੇਸ਼ਮੀ ਕੱਪੜਾ। ਇਸੀ ਤਰ੍ਹਾਂ ਕਰਦਾ ਤਾਂ ਉਹ ਕਰਤੱਵ ਹੈ ਜਿਹਦਾ ਫਲ ਦੁੱਖ ਮਿਲਣਾ ਹੈ, ਪਰ ਇੱਛਾ ਸੁਖ ਦੀ ਕਰਦਾ ਹੈ। ਇਹ कैसे हो सके? ईश्वरी कानून किस का लिहाज नहीं करता। दुनियावी जिथे न्यायकारी सरकार है वो उत्थे किसी का लिहाज नहीं, पर ईश्वर जो सर्वशक्तिमान है जिथे सच्चो ही सच निबड़े, वो किमें किसी का लिहाज करे। जिहा जा कोई करदा उहा जा उसनूं फल दिंदा है, ये उसका सुभाव है। कितों भालदा है दाख बिजौरियां, भालदा है दाख बिजौरियां, ਬਿਜੌਰੀਆਂ, ਕਿੱਕਰ ਬੀਜੇ ਜੱਟ ਹੰਢੇ ਉਨ ਕਤਾਏਂ ਦਾ, ਪੈਦਾ ਲੋੜੇ ਪੱਟ। ਅਤੇ ਆਹ ਗੁਰੂ ਜੀ ਕਹਿੰਦੇ ਹਨ, ਕੰਨਾਂ ਨੂੰ ਜੇ ਹਰੀ ਜਸ ਨਹੀਂ ਸੁਣਨਾ ਤਾਂ ਫਿਰ ਢਿਕਾਰ ਜੋ ਵੀ ਹੈ। ਤਿਰਗ ਸਰਵਣ ਉਪਦੇਸ਼ ਬਿਨਾ ਸੁਣ ਸੁਰਤ ਨ ਧਰਣੀ। ਕੰਨਾਂ ਤੋਂ ਨੀਚੇ ਜ਼ਬਾਨ ਹੈ, ਜੇਬਾ ਹੈ। ਜੇਬਾਂ ਨੂੰ ਵੀ ਐਵੇਂ ਕਹਿੰਦੇ ਨੇ, ਤਿਰਗ ਜੇਬਾ ਗੁਰ ਸ਼ਬਦ ਬਿਨਾ ਗੁਰ ਮੰਤਰ ਸੁਣਨੀ। ਉਹ ਜ਼ਬਾਨ ਨੂੰ ਵੀ ਢਿਕਾਰ ਹੈ। ਗੁਰੂ ਅਰਜਨ ਦੇਵ ਮਹਾਰਾਜ ਤਾਂ ਇਉਂ ਕਹਿੰਦੇ ਨੇ ਕਿ ਜ਼ਬਾਨ ਨੂੰ ਛੋਟੀ ਛੋਟੀ ਕਰਕੇ ਕੱਟ ਦਿਓ, ਜੇਕਰ ਇਹ ਹਰੀ ਜਸ ਨਹੀਂ ਕਰਦੀ ਤਾਂ। ਜੇ ਤੂੰ ਨਾਮ ਨਾ ਜਪੇ ਜੇਬਾਂ ਮੇਰੀਏ, Yeah.
नैन न देखे साध से नैन बिहालिया, ਕਰਨ ਨ ਸੁਨਹੀ ਨਾਦ ਕਰਨ ਮੁੰਦ ਘਾਲਿਆ। ਰਸਨਾ ਨ ਜਪੇ ਹਰ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਵਿਸਰੈ ਗੋਬਿੰਦ ਰਾਏ ਦਿਨੋਂ ਦਿਨ ਕੱਟੀਏ। ਜ਼ੁਬਾਨ ਨੂੰ ਕਹਿੰਦੇ ਨੇ ਇਸਦਾ 100 ਟੁਕੜਾ, ਹੈ ਜਿਭ ਹੈ ਤੁਝੇ ਕਰੋ ਸ਼ਤਖੰਡ, ਜਾਮ ਨ ਉਚਰੈ ਸ੍ਰੀ ਗੋਬਿੰਦ। ਐ ਜ਼ੁਬਾਨ ਤੇਰਾ ਕੱਟ ਕੇ 100 ਟੁਕੜਾ ਕਰ ਦੇ। ਜੇ ਤੂੰ ਹਰੀ ਜਸ ਨਾ ਉਚਾਰਨ ਕਰੇ ਕਿਉਂ, ਨਿੰਦਿਆ ਵੀ ਜ਼ੁਬਾਨ ਨਾਲ ਹੁੰਦੀ ਹੈ, ਹਰੀ ਜਸ ਵੀ ਜ਼ੁਬਾਨ ਨਾਲ ਹੁੰਦਾ ਹੈ। ਹਰੀ ਜਸ ਦਾ ਫਲ ਅਬਨਾਸ਼ੀ ਸੁਖ ਦੀ ਪ੍ਰਾਪਤੀ, ਇਹ ਜੀਵ ਨੂੰ ਬੈਕੁੰਠਾਂ ਨੂੰ ਲੈ ਜਾਂਦਾ ਹਰੀ ਜਸ। ਨਿੰਦਿਆ ਚੁਗਲੀ ਜਿਹੜੀ ਹੈ ਇਹ ਜੀਵ ਨੂੰ ਨਰਕਾਂ ਵਿੱਚ ਲੈ ਜਾਂਦੀ ਹੈ। ਦੋਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਗੁਰੂ ਜੀ ਕਹਿੰਦੇ ਜੇਕਰ ਤੈਂ ਹਰੀ ਜਸ ਨਹੀਂ ਕਰਨਾ, ਨਿੰਦਾ ਚੁਗਲੀ ਕਰਕੇ ਇਹ ਜੀਵ ਨੂੰ ਦੋਜ਼ਖਾਂ ਵਿੱਚ ਹੀ ਲੈ ਜਾਣਾ ਹੈ, ਤਾਂ ਬਿਹਤਰ ਹੈ ਛੋਟੀ ਛੋਟੀ ਕਰਕੇ ਕੱਟ ਦਿੱਤਾ ਜਾਵੇ ਤਾਂ ਕਿ ਨਿੰਦਾ ਦੇ ਦੁੱਖ ਤੋਂ ਬਚਾ ਹੋ ਜਾਵੇ। ਨਿੰਦਾ ਦੀ ਬਾਬਤਿਓਂ ਦੱਸਦੇ ਹਨ, ਨਿੰਦਾ ਭਲੀ ਕਿਸੇ ਦੀ ਨਾਹੀ ਮਨ ਸੁਣੀ ਕਰਦੇ, ਨਿੰਦਾ ਭਲੀ ਕਿਸੇ ਦੀ ਨਾਹੀ ਮਨ ਸੁਣੀ ਕਰਦੇ। निंदा भली किसे की नाही, मन मुख मुग्ध करन, मुँह काले न निंदका, नरके घोर पवन। निंदा करने वाला पुरुष जिसकी निंदा करता है उसकी पाप रूपी मल मूँह नाल खांदा है। माता कहन अपने
पुत्र दा मन हथ नाल सफा कर दिए, लेकिन निंदक पुरुष जिसकी निंदा करता है तो उसकी पापां रूपी मल मूँह नाल खांदा। इहदा एक जिक्र आउंदा है, अजय सो रोवे भिखिया खाए। एक राजा अज बड़े प्रताप वाला राजा घोड़ियां दे तबेले विच खड़ा होया, घोड़े देख रहा है। एक कोई भिक्षु साधु बाहर रहिंदा सी, उसने आके सतनाम की आवाज़ दी, पर राजा तो घोड़े के तबेले विच खड़ा सी। वो कहन लगा, बाबा जी मैं तो घोड़े के तबेले विच खड़ा होया, मेरे पास पूछा की चीज़ है इत्थे। फकीर साधु कहना, जो हाज़र है। ये सुन के राजा के चित्त विच कुछ राजमद ने जोश मारिया, कहन लगा, हाज़र तो मेरे पास हूँ घोड़िया के तबेले विच खड़न करके घोड़िया की लिद्द है, और तो कुछ नहीं। वो कहने लगा, जो हाज़र है जिहा जो कोई बीजेगा वढ़ लेगा। राजा ने बिना सोचे समझे एक बुक लिद्द का भर के बर्तन च पा दिता। साधु ने असीस दी, अच्छा राजन तेरा दान किया वधे फुले। असीस दे के चला गया। अगे जाके बाहर शहर तो कुछ फासले ते थोड़ा जा था उसकी कुटिया सी, खूही लगी सी, चार छरे बागला सी, उत्थे लिद्द दा बुक ढेरी कर दिता। उसके बचन नाल हौली हौली वधन लग पिया। वधदे वधदे वो लिद्द दा ढेर बन गया। एक दिन राजा अज शिकार खेलदा खेलदा साथी विछड़ गए, अकेला रह गया। प्यास लगी, कुदरती उत्थे आ निकले। घोड़ा बाहर बन के अंदर आंदा है, खूही सी, पानी पूनी पीता, मूँह माँ धोता, इधर उधर निगाह दौड़ाई, देखिया एक कुटिया है और एक खूही लगी हुई है, बहुत ज़्यादा सामान कोई नहीं। पर इसका जो लिद्द का ढेर लग्या, ये किमें लगे? साधु नूं पुछण लग्या, बाबा जी कोई घोड़ा टट्टू रखे? कहने नहीं, तो लिद्द का ढेर पे है। वो कहते राजे अज का दान किया है, वो दिन ब दिन वध रहा है, उसनूं खाना पएगा। ये सोच के वो अंदर झाती मारन लगा, मैं ये दान कर किया। खैर उसनूं ख्याल आ, एक दिन मैं लिद्द दा बुक भर के साधु के बर्तन विच पाया सी। कहता मैं तो एक बुक पाया सी लिद्द दा, एडा वड्डा ढेर क्यों हो गया? वो साधु कहन लगा, जिमींदार एक दाना जमीन विच किसे बीज का, कणक का या मक्की का बीज का, तो किन्ने हो जाते। एक गुठली जमीन विच लगाई दी है अंब की, हौली हौली अंब का दरख्त हो के उन्होंने किन्ने लगते हैं। इसी तरह दान भी फलीभूत होंदा है। जिही जी चंगी जमीन वह जा बीज बीजा ज़्यादा फलीभूत होंदा है। इसी तरह जिहा जे चंगे तरह दान किया उन्हें ज़्यादा फलीभूत होया करता। इस वास्ते कि तेरा दान किया है बद रहा है। बुक कीता सी ढेर हो गया, दिन ब दिन वधी जाता है। जिन्नी देर तक इसनूं खत्म नहीं करता इसने वधी जाना। खाना तो तेनों पैना, आपे बीज आपे ही खा। ये तो असूलन गल है, आपे करदा आपे भोगना पैंदा, आपे बीजदा आपे वढ़दा है। सो इस करके जिहा जतें कीता है उसका फल तेन भुगतना पैना। ये सुन के राजा अज बड़ा हैरान होया, कहन लगा एक बुक का ढेर इतना वड्डा हो गया तो खाना मैनू ही पैना है। हाँ कहन लगे जिहड़ा बीज है उसनूं खाना वढ़ना पैंदा, तैनू ही खाना पेगा, हुण ही खत्म कर ले, अगर नहीं करेगा होर वधेगा, खाना तैनू ही पेगा। ये सोच के बड़ा चिंतात होया। अखीर पुछण लगा छित्था हो के, बाबा जी कोई यतन दसो मैनू ना खाना पवे।
हाँ कहने लगे कि यतन है औखा, पर जे कर लवें तो ये खानों बच जाएगा। कहने लगे दसो मैं वो यतन कर लवांगा। लिद्द खानी तो बहुत मुश्किल है, कर लै कि कहने लोगों तो निंदा करो अपने शहर दे तो उन्होंने लेखे लग जाए, तू बच जाएगा। क्योंकि 10 दिन माता अपने पुत्र का मन हथ नाल साफ करती, निंदक जिहड़ा है जिहदी निंदा करता है उहदे पापां रूपी मल मूँह नाल खांदा। इस करके निंदा करवा सारे शहर के लोगों को। खैर राजा घर आ गया, सोचता है हम निंदा किवें करवावां। एक बनत बनाउंदा है निंदा करवाउण दी। उन्हां समयां विच मोटरां नहीं सन, बग्गियां हुंदियां। 8 घोड़ियां की बग्गी तैयार करवाई, सुनहरी पैरी पहियां वाली। उस दे विच बैठ के केस पिछे नूं खिलार के बह गया। एक छोटा जिहा मेज़ रखिया, उस दे उपर रंगदार पानी दी बोतलां रखियां, शराब प्रतीत होवे। उस बग्गी दे विच 5-4 लड़कियां चंगे बस्तर गहने पहना के तो नौजवान अवस्था दी बिठा लियां, पर चित्त विच पुत्रियां भावना है, बुरी गल नहीं। निंदा करवाउणी सी, निंदा हमेशा झूठी गल नूं कहंदे हुंदे। चोर नूं चोर कह देना निंदा नहीं, साध नूं चोर कहना निंदा। सो इउं करके निंदा करवाउणी सी। शहर दे विच गड्डी हक्कण वाले नूं कहंदा है हौली हौली चलानी गड्डी, ताकि सब लोगों की निगाह मेरे ऊपर पवे और मेरी निंदा कर, मेरी लिद खत्म होवे, मैनू ना खानी पवे। खैर सारे शहर में फिरिया, सब लोगों ने देख के ओह लोग कहने राजा की मत मारी गई, ये तो बुद्ध भ्रिष्ट हो गई, सरे बाजा शराबां पींदा फिरदा, लड़कियां बग्गियां च बिठाई फिरदा। बड़ा चंगा सी, धर्मात्मा सी, ये तो 1 लाख की बुद्ध मारी गई। सब लोगों ने निंदा की उसकी, पर उस शहर के एक लोहार से किसी की निंदा नहीं सी करता, प्रभु का भगत सी, उन्हें नहीं की। यूँ हुण शाम के वक्त नेरे होए उत्थे देखण जाता है भी देखा मैं वो लिद मुक्की के ना। जदों उत्थे पहुँचिया होर तो खत्म है, एक बुक पिया। वो पुछण लगा साधु नूं, बाबा जी मैं तो अपने आप नूं सारे शहर में खज्जल खुआर किया, आप फिर भी रह गई। हाँ कहन लगे एक शख्स ने तेरी निंदा नहीं की, उहदे हिस्से की पई हुई है, या तो इनू खा ला, नहीं फिर वधन लग जाएगी, दरख्त की जड़ लगी रहे फिर वध जाना, नहीं उस तो निंदा करवा ला, उहदे लेखे लग जाए। कहने लगे दस कौन है? फलाने महल्ले फलाने नाम का लोहार है, वो किसी की निंदा नहीं करता, वो तो निंदा करवा, वह हिस्सा है। हुण दूसरे दिन राजा ने एक जमींदारा वेश बनाया, सिर पर झुमझा मार लिया, रातियों खुरपे ले यहो जिहा समान ले जाके उसकी आलनाली सिट दिता। हुण कहने लगे भी इन्हों ठीक कर दे, मेरा काम वो करन लग पिया। राजा ने हौली हौली गल चलाई, भरावा तेनू पता है कुछ, कल इत्थों का राजा किवें शहर में फिरदा सी, शराबां पींदा आ। जदों ये गल जे कहणी लगा सी, उस लोहार ने ताहां नूं निगाह उठा के देखी, उस वाल झाक के उहदियां दातियां खुरपे सारे अपनी दुकान तो बाहर मारे। कहंदे लै जा, मैथों तेरी लिद खाधी जांदी, किसी होर नूं खवा जा। उत्थों बेशर्म होकर मुड़िया। फिर शाम को पहुँचा महात्मा के पास, कहने लगे जी वो निंदा नहीं करता। कहने लगे फिर खा ला, इस नहीं वधेगा, दरख्त की जड़ लगी रहे फिर वध जाता हुंदा, उसी तरह फिर फलीभूत हो जाता है, इसनों खत्म कर लै। कहने लगे लिद खानी बड़ी है, फिर कोई यतन दसो। महात्मा कहने लगे अच्छा इं कर, इसनों फूक लै।
ਅੱਗ ਵਿੱਚ ਸਿੱਟ ਕੇ ਇਹਦੀ ਰਾਖ ਬਣਾ ਲੈ। ਖਾਕ ਬਣ ਜਾਏਗੀ, ਸਵਾਹ ਬਣ ਜਾਏਗੀ, ਥੋੜ੍ਹੀ ਤਾਦਾਦ ਵਿੱਚ ਰਹਿ ਜਾਏਗੀ। ਇਹਦੀਆਂ ਪੂੜੀਆਂ ਬਣਾ ਲੈ, ਪਾਣੀ ਨਾਲ ਇੱਕ ਅੱਧੀ ਪੂੜੀ ਮੂੰਹ 'ਚ ਪਾ ਕੇ ਖਾ ਲੈ। ਇਉਂ ਸੌਖੀ ਖਾਧੀ ਜਾਵੇਗੀ, ਖਾਣੀ ਤੈਨੂੰ ਹੀ ਪੈਣੀ, ਨਹੀਂ ਫਿਰ ਵਧਣ ਲੱਗ ਜਾਏਗੀ। ਉਦੋਂ ਹੀ ਦੱਸਦੇ ਰਾਜੇ ਨੇ ਐਸਾ ਹੀ ਕੀਤਾ, ਪਰ ਜਿਸ ਵਕਤ ਪੂੜੀ ਮੂੰਹ 'ਚ ਪਾਉਂਦਾ ਉਹਨੂੰ ਖਿਆਲ ਆਉਂਦਾ ਲਿੱਧ ਦੀ ਪੂੜੀ। ਉੱਥੇ ਹੀ ਦੱਸਿਆ, ਅਜੈ ਸਰੋਵੇ ਭਿਖਿਆ ਖਾਏ, ਐਸੀ ਦਰਗਹਿ ਮਿਲੇ ਸਦਾਏ। ਗੁਰੂ ਬਾਬਾ ਜੀ ਨੇ ਬਚਨ ਉਚਾਰਨ ਕੀਤਾ ਉਸ ਪ੍ਰਥਾ। ਸੋ ਇਉਂ ਕਰਕੇ ਨਿੰਦਾ ਦਾ ਦੋਸ਼ ਦੱਸਿਆ ਵੀ ਨਿੰਦਿਆ ਕਰਨ ਵਾਲੇ ਜਿਹਦੀ ਨਿੰਦਿਆ ਕਰਦਾ ਉਹਦੀ ਪਾਪਾਂ ਨੂੰ ਵੀ ਮਲ ਮੂੰਹ ਨਾਲ ਖਾਂਦਾ। ਤਾਂ ਤੇ ਜੇਕਰ ਗੁਰੂ ਜੀ ਕਹਿੰਦੇ ਹਰੀ ਜਸ਼ਨੀ ਕਰਨਾ ਹੈ ਜ਼ੁਬਾਨ ਦੇ ਨਾਲ, ਨਿੰਦਿਆ ਚੁਗਲੀ ਝੂਠ ਮੂਠ ਖਿੱਚ ਪਿੱਛੀ ਦਿਨ ਰਾਤ ਬੋਲਣਾ ਹੈ, ਤਾਂ ਬਿਹਤਰ ਨੂੰ ਛੋਟੀ ਛੋਟੀ ਕਰਕੇ ਕੱਟ ਦਿਓ ਤਾਂ ਕਿ ਨਿੰਦਾ ਦੇ ਦੋਸ਼ ਤੋਂ ਸਭੇ ਕੀਤੀਆਂ। ਨਿੰਦਕ ਕਾ ਦਾਰੂ ਨਾ ਹੈ, ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ। ਨਿੰਦਕ ਗੁਰੂ ਜੀ ਕਹਿੰਦੇ ਹਨ, ਜੇਕਰ ਹਰੀ ਜਸ਼ਨੀ ਕਰਨਾ ਜ਼ੁਬਾਨ ਦੇ ਨਾਲ, ਨਿੰਦਿਆ ਚੁਗਲੀ ਝੂਠ ਮੂਠ ਖਿੱਚ ਪਿੱਛ ਇਹੀ ਕੁਛ ਬੋਲਣਾ ਹੈ, ਤਾਂ ਬਿਹਤਰ ਹੈ ਛੋਟੀ ਛੋਟੀ ਕਰਕੇ ਕੱਟ ਦਿਓ ਤਾਂ ਕਿ ਨਿੰਦਾ ਦੇ ਦੋਸ਼ ਤੋਂ ਬਚਾ ਹੋ ਕੇ ਨਰਕਾਂ ਦੋਜ਼ਖਾਂ ਤੋਂ ਬਚਾ ਹੋ ਜਾਏਗਾ। ਇਉਂ ਭਾਈ ਗੁਰਦਾਸ ਕਹਿੰਦੇ ਹਨ, ਤ੍ਰਿਜੇ ਬਾਗੁਰ ਸ਼ਬਦ ਬਿਨ ਤੁਰ ਮੰਤਰ ਸਿਮਰਣੀ। ਜ਼ਬਾਨ 'ਤੇ ਨੀਚੇ ਹੱਥ ਪੈਰ ਹਨ, ਇਹਨਾਂ ਨੂੰ ਵੀ ਸੇਵਾ ਤੋਂ ਬਿਨਾਂ ਅਧਿਕਾਰ ਯੋਗ ਦੱਸਦੇ ਹਨ। ਕਿਰਕਾਰ ਹੱਥਾਂ ਪੈਰਾਂ ਨੂੰ, ਕਿਰਕਾਰ ਹੱਥਾਂ ਪੈਰਾਂ ਨੂੰ, ਕਿਰਕਾਰ ਹੱਥਾਂ ਪੈਰਾਂ ਨੂੰ, ਕਿਰਕਾਰ ਹੱਥਾਂ ਪੈਰਾਂ ਨੂੰ। ਹੱਥ ਪੈਰ ਹੋਰਨੇ ਫਲ ਕਰਨੇ। ਸਾਹਿਬ ਦਸਵੇਂ ਪਾਤਸ਼ਾਹ ਦਾ ਰੂਹਾਨੀ ਦਰਬਾਰ ਸਜਿਆ। ਗਰਮੀ ਦਾ ਮੌਸਮ, ਬੜੀਆਂ ਲੂਆਂ ਚੱਲਦੀਆਂ ਹਨ, ਬਾਰ ਬਾਰ ਪਿਆਸ ਲੱਗਦੀ ਹੈ। ਗਰਮੀ ਦੇ ਸਬਬ ਸੰਗਤ ਵਿੱਚ ਪੱਖੇ ਚੱਲਦੇ ਹਨ। ਹਜ਼ੂਰ ਨੂੰ ਪਿਆਸ ਲੱਗੀ, ਆਵਾਜ਼ ਦਿੱਤੀ, ਜਲ ਗਰਮੀ ਬਰਦਾਸ਼ਤ ਸੀ, ਹਾਜ਼ਰ ਨਹੀਂ ਸੀ। ਸਾਹਮਣੇ ਇੱਕ ਕਿਸ਼ੋਰ ਅਵਸਥਾ ਦਾ 13-14 ਸਾਲ ਦੀ ਉਮਰ ਦਾ ਭੁਜੰਗੀ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਬਸਤਰ ਪਹਿਨੇ ਹੋਏ ਹਨ, ਕਿਸੇ ਅਮੀਰ ਦਾ ਪੁੱਤਰ ਹੈ।
ਉੱਠ ਕੇ ਜਾਂਦਾ ਹੈ, ਹੱਥ ਧੋ ਕੇ ਠੰਡੇ ਜਲ ਦਾ ਕਟੋਰਾ ਭਰ ਕੇ ਲਿਆਉਂਦਾ। ਉਹ ਕਟੋਰਾ ਗੁਰੂ ਜੀ ਨੇ ਆਪਣੇ ਹੱਥ 'ਤੇ ਲੈ ਲਿਆ। ਉਸ ਭੁਜੰਗੀ ਦੇ ਸਿਰ ਤੋਂ ਪੈਰਾਂ ਤੱਕ ਨਿਗਾਹ ਦੌੜਾਈ। ਭੰਤਿਆ ਕਿਸੇ ਅਮੀਰ ਦਾ ਪੁੱਤਰ ਹੈ। ਪੁੱਛਣਗੇ ਕਾਕਾ ਕਿਸ ਦਾ ਪੁੱਤਰ? ਉਸਨੇ ਅਰਜ਼ ਕੀਤੀ ਗਰੀਬ ਨਵਾਜ਼, ਮੇਰਾ ਪਿਤਾ ਇੱਕ ਬਹੁਤ ਵੱਡਾ ਸੇਠ ਆਦਮੀ। ਹਾਂ ਗੁਰੂ ਜੀ ਕਹਿਣ ਲੱਗੇ, ਪ੍ਰਤੀਤ ਹੁੰਦਾ ਤੈਂ ਕਦੇ ਕੋਈ ਸੇਵਾ ਨਹੀਂ ਕੀਤੀ, ਕਿਉਂਕਿ ਤੇਰੇ ਹੱਥ ਪੈਰ ਬੜੇ ਕੋਮਲ ਦਿੰਦੇ ਹਨ। ਉਸਨੇ ਅਰਜ਼ ਕੀਤੀ, ਹਾਂ ਸੱਚੇ ਪਾਤਸ਼ਾਹ, ਪਹਿਲਾ ਦਿਨ ਹੈ, ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ ਹੈ, ਅੱਗੇ ਕਦੇ ਕੋਈ ਸੇਵਾ ਨਹੀਂ ਕੀਤੀ। ਗੁਰੂ ਜੀ ਨੇ ਉਸਨੂੰ ਪੁੱਛਣਾ ਸ਼ੁਰੂ ਕੀਤਾ, ਇਹਨਾਂ ਹੱਥਾਂ ਨਾਲ ਕਦੇ ਸਾਧ ਸੰਗਤ ਦੇ ਜੁੱਤੇ ਝਾੜੇ ਹੋਣ? ਉਸਨੇ ਅਰਜ਼ ਕੀਤੀ, ਨਹੀਂ ਗਰੀਬ ਨਵਾਜ਼। ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਕਦੇ ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਸਾਧ ਸੰਗਤ ਦੇ ਜੂਠੇ ਬਰਤਨ ਮਾਂਜੇ ਹੋਣ? ਉਸਨੇ ਅਰਜ਼ ਕੀਤੀ, ਨਹੀਂ ਸੱਚੇ ਪਾਤਸ਼ਾਹ। ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਕਦੇ ਤੱਪੜ ਆਦਿ ਵਿਛਾਏ ਹੋਣ ਸਾਧ ਸੰਗਤ ਵਾਸਤੇ? ਉਸਨੇ ਅਰਜ਼ ਕੀਤੀ, ਨਹੀਂ। ਪਾਣੀ ਢੋਇਆ ਹੋਵੇ? ਉਸਨੇ ਫਿਰ ਕਿਹਾ, ਨਹੀਂ ਗਰੀਬ ਨਵਾਜ਼। ਹੋਰ ਪੱਖੇ ਆਦਿ ਮਾਰਨ ਦੀ ਕਈ ਕਿਸਮ ਦੀ ਸੇਵਾ ਕਹਿਣਾ ਕਦੇ ਕੋਈ ਨਹੀਂ ਕੀਤੀ, ਪਹਿਲਾ ਦਿਨ ਹੈ, ਆਪ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ। ਗੁਰੂ ਜੀ ਨੇ ਉਹ ਕਟੋਰਾ ਸਣੇ ਪਾਣੀ ਫੇਂਕ ਦਿੱਤਾ। ਸੰਗਤ ਦੀ ਨਿਗਾਹ ਆਪ ਵੱਲ ਸੀ। ਕੀਰਤਨ ਉੱਚੀ ਉੱਚੀ ਹੋ ਰਿਹਾ ਸੀ। ਇਹ ਗੱਲਬਾਤ ਜੋ ਭੁਜੰਗੀ ਤੇ ਗੁਰੂ ਜੀ ਦੇ ਦੌਰਾਨ ਵਿੱਚ ਹੋਈ, ਹਰੇਕ ਨੇ ਨਹੀਂ ਸੁਣੀ। ਕੁਛ ਨੇੜੇ ਨੇੜੇ ਦੇ ਪ੍ਰੇਮੀਆਂ ਦੇ ਕੰਨਾਂ ਵਿੱਚ ਇਹ ਆਵਾਜ਼ ਪਈ। ਜਿਹੜੇ ਦੂਰ ਬੈਠੇ ਸਨ, ਉਹਨਾਂ ਦੇ ਦਿਲ ਵਿੱਚ ਕਈ ਕਿਸਮ ਦੇ ਸ਼ੱਕ ਸ਼ਕੂਕ ਪੈਦਾ ਹੋਏ। ਪਤਾ ਹੀ ਨਹੀਂ ਕੀ ਗੱਲ ਹੈ, ਇਸ ਭੁਜੰਗੀ ਵਿੱਚ ਕਿਤਨਾ ਵੱਡਾ ਭਾਰਾ ਨੁਕਸ ਹੋਣਾ ਹੈ, ਕਿਉਂਕਿ ਗੁਰੂ ਅੰਤਰਯਾਮੀ ਹੈ, ਸਰਬੱਗ ਸਭ ਦੇ ਦਿਲ ਦੀ ਜਾਣਹਾਰ ਹੈ। ਜਿਹਦੇ ਹੱਥੋਂ ਪਾਣੀ ਨਹੀਂ ਪੀਤਾ, ਕੋਈ ਬੜਾ ਭਾਰਾ ਕਸੂਰਵਾਰ ਹੋਣਾ। ਇਹ ਸਭ ਦੇ ਦਿਲਾਂ ਦੇ ਖਿਆਲ ਸਮਝ ਕੇ ਗੁਰੂ ਜੀ ਨੇ ਉਹਨਾਂ ਦੇ ਸੰਸ਼ੇ ਦੂਰ ਕਰਨ ਵਾਸਤੇ ਔਰ ਕੁਛ ਸਿੱਖਿਆ ਦੇਣ ਵਾਸਤੇ ਕੀਰਤਨ ਬੰਦ ਕਰਕੇ ਉੱਚੀ ਆਵਾਜ਼ ਨਾਲ ਫਰਮਾਇਆ, ਪ੍ਰੇਮੀਓ, ਤੁਹਾਡੇ ਵਿੱਚ ਕੋਈ ਇਹੋ ਜਿਹਾ ਮਾਈ ਭਾਈ ਵੀ ਹੈ ਜੋ ਮੁਰਦੇ ਨੂੰ ਛੋਹ ਕੇ ਪਾਣੀ ਪੀ ਲਵੇ? ਸਭ ਨੇ ਇੱਕ ਜ਼ੁਬਾਨ ਹੋ ਕੇ ਕਿਹਾ, ਸੱਚੇ ਪਾਤਸ਼ਾਹ, ਮੁਰਦੇ ਨੂੰ ਛੋਹ ਕੇ ਕੋਈ ਪਾਣੀ ਨਹੀਂ ਪੀਂਦਾ। ਮੁਰਦੇ ਨੂੰ ਟੱਚ ਹੋਈ ਵਸਤੂ ਅਸ਼ੁੱਧ ਹੋ ਜਾਂਦੀ ਹੈ। ਹੋਰ ਤਾਂ ਕੀ, ਜੇ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ ਹੈ, ਉਸ ਦੇ ਪਿੱਛੇ ਲੋਕ ਸ਼ਮਸ਼ਾਨ ਭੂਮਿਕਾ ਤੱਕ ਮਿਲ ਜਾਂਦੇ ਹਨ। ਸੋ ਉਸ ਨੂੰ ਲਾਂਬੂ ਵਗੈਰਾ ਲਗਾ ਕੇ ਵਾਪਸ ਮੁੜਦੇ ਹਨ। ਵਸਤਰ ਬਦਲ ਕੇ ਇਸ਼ਨਾਨ ਵਗੈਰਾ ਕਰਕੇ ਫਿਰ ਕੁਛ ਖਾਣ ਪਾਣ ਵਿੱਚ ਪ੍ਰਵਿਰਤ ਹੁੰਦੇ ਹਨ। ਆਪਣੇ ਆਪ ਨੂੰ ਉਸਦੇ ਪਿੱਛੇ ਜਾਣ ਕਰਕੇ ਇਤਨਾ ਅਸ਼ੁੱਧ ਮੰਨਦੇ ਹਨ। ਮੁਰਦੇ ਨੂੰ ਛੁਆ ਭੋਜਨ ਜਾਂ ਜਲ ਕੌਣ ਛਕਦਾ? ਕੋਈ ਵੀ ਨਹੀਂ ਛਕਦਾ। ਗੁਰੂ ਜੀ ਕਹਿਣਗੇ, ਭਾਈ, ਦੁਨੀਆ ਦੇ ਲੋਕ ਤਾਂ ਮੁਰਦੇ ਦੇ ਪਿੱਛੇ ਜਾਣ ਕਰਕੇ ਹੀ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ, ਨਹਾ ਧੋ ਕੇ ਕੁਝ ਖਾਣ ਪਾਣ ਵਿੱਚ ਪ੍ਰਵਿਰਤ ਹੁੰਦੇ ਹਨ। ਮੈਂ ਮੁਰਦੇ ਨੂੰ ਛੁਆਇਆ ਪਾਣੀ ਕਿਉਂ ਪੀ ਲਵਾਂ? ਇਹ ਵਚਨ ਸੁਣ ਕੇ ਸਭ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ, ਮੁਰਦਾ ਤਾਂ ਨਹੀਂ, ਇਹ ਤਾਂ ਕਿਸੇ ਅਮੀਰ ਦਾ ਲੜਕਾ ਹੈ, ਸ਼ੁੱਧੀ ਨਾਲ ਲਿਆ। ਗੁਰੂ ਜੀ ਕਹਿਣ ਲੱਗੇ, ਕੀ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਭੁੱਲ ਗਿਆ? ਜਿਨ੍ਹਾਂ ਦੇ ਬਚਨਾਂ ਨੂੰ ਤਿੰਨਾਂ ਲੋਕਾਂ 14 ਭਵਨਾਂ ਵਿੱਚ ਸਭ ਨੇ ਸਵੀਕਾਰ ਕੀਤਾ ਹੈ, ਕਿ ਉਹਨਾਂ ਦੇ ਬਚਨ ਤੁਹਾਨੂੰ ਭੁੱਲ ਗਏ? ਸੱਚੇ ਪਾਤਸ਼ਾਹ ਦੱਸੋ ਕੀ ਬਚਨ ਗੁਰੂ ਬਾਬੇ ਦੇ? ਉਸ ਵਕਤ ਹਜ਼ੂਰ ਕਹਿੰਦੇ, ਪਤਾ ਹੈ ਕਿਸ ਨੂੰ ਗੁਰੂ ਨਾਨਕ ਜੀ ਨੇ ਮੁਰਦਾ ਕਿਹਾ? ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ। ਆਪ ਜੀ ਨੇ ਫਰਮਾਨ ਕੀਤਾ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਉਹਨੂੰ ਗੁਰੂ ਜੀ ਮੁਰਦਾ ਕਹਿੰਦੇ ਨੇ। ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ। Thank you.
ਅਤਿ ਸੁੰਦਰ ਕੁਲੀਨ ਚਤਰ ਗਿਆਨੀ ਧਨਵੰਤ। ਜੇ ਕਿਸੇ ਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਹੀਂ ਕਰਦਾ, ਭਾਵੇਂ ਅਤਿ ਸੁੰਦਰ ਸ਼ੀਲ ਦਾ ਬਹੁਤ ਹੀ ਖੂਬਸੂਰਤ ਕਿਉਂ ਨਾ ਹੋ, ਕੁਲੀਨ ਬਹੁਤ ਚੰਗੀ ਕੁਲ ਦਾ ਵੀ ਕਿਉਂ ਨਾ ਹੋ, ਚਤਰ ਗੱਲਾਂ ਬਾਤਾਂ ਵਿੱਚ ਹੁਸ਼ਿਆਰ ਕਿਉਂ ਨਾ ਹੋ, ਮਹੂਯਾਨੀ ਇੱਕ ਹੁੰਦਾ ਬ੍ਰਹਮ ਗਿਆਨੀ, ਇੱਕ ਹੁੰਦਾ ਵਾਚਕ ਗਿਆਨੀ। ਬ੍ਰਹਮ ਗਿਆਨ ਤਾਂ ਪ੍ਰਭੂ ਦੇ ਮਿਲਾਪ ਦਾ ਨਾਮ ਹੈ, ਇਸ ਵਾਸਤੇ ਤਾਂ ਸਾਰਾ ਪੁਰਸ਼ਾਰਥ ਹੀ ਹੈ। ਮੁਕਤ ਅਵਸਥਾ ਇੱਥੇ ਪਹੁੰਚ ਕੇ ਪ੍ਰਾਪਤ ਹੁੰਦੀ ਹੈ, ਪਰ ਇੱਥੇ ਮੁੱਖ ਗਿਆਨੀਆਂ ਨੇ ਵਾਚਕ ਗਿਆਨੀ ਸਿਰਫ ਪੜ੍ਹਿਆ ਹੈ, ਆਲਮ ਹੈ, ਆਮਲ ਨਹੀਂ, ਉਸ ਵੱਲ ਇਸ਼ਾਰਾ ਹੈ। ਮੁੱਖ ਗਿਆਨੀ ਧਨਵੰਤ, ਧਨਾੜ ਵੀ ਭਾਵੇਂ ਕਿਤਨਾ ਹੈ। ਪੰਜੇ ਸਿਫਤਾਂ ਇੱਕ ਵਿਅਕਤੀ 'ਚ ਪਾਈਆਂ ਜਾਂਦੀਆਂ ਹਨ, ਪਰ ਇੱਕ ਰੱਬ ਦਾ ਪਿਆਰ ਨਹੀਂ। ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਹੀਂ ਕਰਦਾ, ਉਹਦਾ ਦਰਜਾ ਮੁਰਦਿਆਂ ਵਿੱਚ ਹੈ। ਇਹ ਤਾਂ ਕਹਿੰਦਾ ਅੱਜ ਪਹਿਲਾ ਦਿਨ ਹੈ, ਮੈਂ ਜਲ ਦਾ ਕਟੋਰਾ ਭਰ ਕੇ ਦਿੱਤਾ, ਅੱਗੇ ਕਦੇ ਕੋਈ ਸੇਵਾ ਕੀਤੀ ਹੀ ਨਹੀਂ। ਗੁਰੂ ਘਰ ਦੇ ਵਿੱਚ ਭਗਤੀ ਸਾਧ ਸੰਗਤ ਦੇ ਜੁੱਤੇ ਝਾੜਨ ਤੋਂ ਸ਼ੁਰੂ ਹੁੰਦੀ ਹੈ, ਜਾਂ ਜੂਠੇ ਬਰਤਨ ਮਾਂਜਣ ਤੋਂ ਸ਼ੁਰੂ ਹੁੰਦੀ ਹੈ। ਸੋ ਇਹ ਤਾਂ ਕਹਿੰਦਾ ਅਜੇ ਮੈਂ ਸ਼ੁਰੂ ਹੀ ਨਹੀਂ ਕੀਤੀ ਇਸ ਮਾਰਗ ਦੀ ਪੜ੍ਹਾਈ, ਅਤੇ ਤੁਸੀਂ ਆਪਣੇ ਆਪ ਹੀ ਦੱਸੋ ਇਹਦਾ ਦਰਜਾ ਗੁਰੂ ਬਾਬੇ ਦੇ ਕਥਨ ਅਨੁਸਾਰ ਜਿਉਂਦਿਆਂ ਵਿੱਚ ਹੈ ਕਿ ਮੁਰਦਿਆਂ ਵਿੱਚ ਹੈ? ਕਿ ਸਭ ਨੇ ਕਿਹਾ ਸੱਚੇ ਪਾਤਸ਼ਾਹ ਫਿਰ ਤਾਂ ਮੁਰਦਾ ਹੈ। ਜਿਉਂਦਾ ਕੌਣ ਹੈ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ, ਜੋ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਨਾ ਪਿਆਰਦਾ, ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਵੇਂ ਪਤ ਗਿਆ ਗਵਾ। ਕਿਆ ਖਾਦੇ ਕਿਆ ਪੈਦੇ ਹੋਏ, ਜਾਨਾ ਹੀ ਮਨ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕਰ ਕਿਆ ਨੇਪਵਾਸੀ, ਆਵੇ ਮੈਲੀ ਵਾਸ। ਨਾਨਕ ਸੱਚੇ ਨਾਮ ਬਿਨ ਸਭੇ ਢੋਲ ਬਿਨ। ਹਾਂ, ਗੁਰੂ ਜੀ ਉਸਨੂੰ ਜਿਉਂਦਾ ਕਹਿੰਦੇ ਜਿਹਦੇ ਮਨ ਵਿੱਚ ਵਾਹਿਗੁਰੂ ਵਸ ਗਿਆ। ਆਇਓ ਫਰਮਾਉਂਦੇ ਹਨ, ਆਤਮ ਰਸ ਜੇ ਜਾਣਿਆ, ਹਰ ਰੰਗ ਸਹਿਜੇ ਮਾਣ, ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਜਿਨ੍ਹਾਂ ਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਆਤਮ ਰਸ ਪ੍ਰਾਪਤ ਕੀਤਾ ਹੈ, ਸੋ ਉਹਨਾਂ ਦਾ ਆਉਣਾ ਹੀ ਸੰਸਾਰ 'ਤੇ ਸਫਲਾ ਅਤੇ ਪ੍ਰਮਾਣਿਕ ਹੈ, ਤਿੰਨਾਂ ਲੋਕਾਂ ਵਿੱਚ, ਤਿੰਨਾਂ ਕਾਲਾਂ ਵਿੱਚ। ਸਾਹਿਬ ਦਸ਼ਮੇਸ਼ ਜੀ ਦੱਸਦੇ ਹਨ, ਉਸਦੀ ਬਾਤ ਆਤਮ ਰਸ ਜੇ ਜਾਨਹੀ, ਸੋ ਹੈ ਖਾਲਸ ਦੇਵ, ਪਰਮ ਮੈਂ ਮੋਹ ਮੈਂ ਤਾਸ਼ ਮੈਂ, ਰੰਚਕ ਨਾਹੀ ਭੇਦ। ਜਿਸਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਆਤਮ ਰਸ ਪ੍ਰਾਪਤ ਕੀਤਾ ਹੈ, ਉਹ ਹੈ ਖਾਲਸਾ। ਉਸ ਖਾਲਸੇ ਵਿੱਚ, ਮੇਰੇ ਵਿੱਚ ਅਤੇ ਪਰਮੇਸ਼ਰ ਵਿੱਚ ਰੱਤੀ ਮਾਤਰ ਵੀ ਫਰਕ ਨਹੀਂ ਹੈ। ਤਾਂ ਤੇ ਗੁਰੂ ਜੀ, ਗੁਰੂ ਦਸ਼ਮੇਸ਼ ਜੀ ਸਾਰੀ ਸੰਗਤ ਨੂੰ ਵਾਜਾ ਕਰਕੇ ਕਹਿੰਦੇ, ਪ੍ਰੇਮੀਓ ਹੱਥ ਪੈਰ ਤਦ ਸਫਲੇ ਹੁੰਦੇ ਹਨ ਜੇ ਇਹਨਾਂ ਨਾਲ ਸੇਵਾ ਕੀਤੀ ਜਾਵੇ, ਵਰਨਾ ਭਾਈ ਗੁਰਦਾਸ ਪਤਾ ਹੈ ਕੀ ਕਹਿੰਦੇ, ਬਿਨ ਸੇਵਾ ਤੇਰੇ ਹੱਥ ਪੈਰ ਹੋਰ ਨਿਫਲ ਕਰਨੀ। ਫਿਰਕਾਰ ਹੱਥਾਂ ਪੈਰਾਂ, ਫਿਰਕਾਰ ਪੈਰ ਹੋਣੇ ਫੁੱਲ ਕਰਨੀ। ਹੱਥਾਂ ਪੈਰਾਂ ਨੂੰ ਵੀ ਸੇਵਾ ਤੋਂ ਬਿਨਾਂ ਧਿਕਾਰਯੋਗ ਦੱਸਿਆ। ਅਖੀਰ ਸਿੱਟਾ ਕੱਢਿਆ, ਪੀਰ ਮੁਰੀਦਾਂ ਪਿਰਹੜੀ, ਸੁਖ ਸਤਿਗੁਰ ਸ਼ਰਣੀ। ਇਹ ਤਾਂ ਜੋ ਪਹਿਲੇ ਦੱਸੀ
गलत दूसरी साइड है, गलत रस्ते ते चल के दुखों की प्राप्ति। पर इस तो उल्ट जो गुरमुख गुरसिख और गुरु चरणों नाल प्रेम रखते हुए सो सेवा भगती करते हैं, इन्हां सारे अंगां नूं सेवा विच लगाउंदे हन, मन चित बुद्ध हंकार करके भगती करते हैं, सो उन्हां नूं अविनाशी सुख की प्राप्ति हुंदी है। वो सुख मिलता है जिस सुख दे विच दुख नहीं, जिस सुख का कदे नाश ना होवे, जिस सुख तो वड्डा सुख कोई नहीं है। तो आओ क्यों गुरु की शिक्षा ए जीव नूं दोनों जहां भी सुखी बनाने वाली, दुखों तो बचाने वाली है। इसके अनुसार चल के जीवन सफला करने की कोशिश करो। हुण समय नूं देखो, रोज़ के सुभाव के मुताबिक पहले आनंद साहब विच बोलो सारी संगत, दूसरे गुरु स्त्रोत्र विच बोलना, फिर अरदास विच बन के जुड़ना, हुक्मनामा सुन के प्रसाद लैके और अगला प्रोग्राम सुन के फिर चाले पाउण की खेचल करनी। रामकली महला तीजा नाम दे ओंकार सतगुर प्रसाद आनंद पिया
Right.
Sat